ਪਹਿਲਾਂ ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਆਪਣੀ ਰਿਹਾਇਸ਼ ਤੇ ਪਹੁੰਚੇ ਨੇ। ਨਤੀਜਿਆਂ ਤੋਂ ਪਹਿਲਾਂ ਆਪਣੀ ਸਰਕਾਰੀ ਰਿਹਾਇਸ਼ ਤੇ ਸੀਐਮ ਚੰਨੀ ਪਹੁੰਚੇ ਨੇ ਔਰ ਸੀਐਮ ਚੰਨੀ ਦੇ ਘਰ ਮੰਤਰੀ ਭਾਰਤ ਭੂਸ਼ਣ ਆਸ਼ੂ ਮੌਜੂਦ ਨੇ। ਵਿਧਾਇਕ ਮਦਨ ਲਾਲ ਜਲਾਲਪੁਰ ਵੀ ਮਿਲਣ ਪਹੁੰਚੇ ਨੇ। ਸੋ ਸੀਐਮ ਦੀ ਰਿਹਾਇਸ਼ ਤੇ ਹਲਚਲ ਤੇਜ਼ ਹੋਈ ਹੈ। ਸੀਐਮ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਸਰਕਾਰੀ ਰਿਹਾਇਸ਼ ਹੈ, ਨਤੀਜਿਆਂ ਤੋਂ ਪਹਿਲਾਂ ਸੀਐਮ ਚੰਨੀ ਆਪਣੀ ਸਰਕਾਰੀ ਰਿਹਾਇਸ਼ ਤੇ ਪਹੁੰਚੇ ਨੇ ਔਰ ਉਹਨਾਂ ਨੂੰ ਮਿਲਣ ਵਾਸਤੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹੁੰਚੇ ਨੇ। ਵਿਧਾਇਕ ਮਦਨ ਲਾਲ ਜਲਾਲਪੁਰ ਵੀ ਸੀਐਮ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਨੇ। ਹਲਚਲ ਤੇਜ਼ ਦਿਖਾਈ ਦੇ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰੀ ਰਿਹਾਇਸ਼ ਤੇ। ਸੋ ਚੰਡੀਗੜ੍ਹ ਆਪਣੀ ਰਿਹਾਇਸ਼ ਤੇ ਪਹੁੰਚੇ ਨੇ ਮੁੱਖ ਮੰਤਰੀ। ਕਾਫਲੇ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਦਿਖਾ ਰਹੇ ਹਾਂ ਅਸੀਂ। ਸਰਕਾਰੀ ਰਿਹਾਇਸ਼ ਸੀਐਮ ਚੰਨੀ ਦੀ ਚੰਡੀਗੜ੍ਹ ਦੇ ਵਿੱਚ, ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਜਿਹੜੀ ਸਰਕਾਰੀ ਰਿਹਾਇਸ਼ ਹੈ ਉੱਥੇ ਪਹੁੰਚੇ ਨੇ ਔਰ ਭਾਰਤ ਭੂਸ਼ਣ ਆਸ਼ੂ ਤੇ ਮਦਨ ਲਾਲ ਜਲਾਲਪੁਰ ਵੀ ਉਹਨਾਂ ਦੇ ਨਾਲ ਉਹਨਾਂ ਨੂੰ ਮਿਲਣ ਪਹੁੰਚੇ ਨੇ। ਸਰਕਾਰੀ ਰਿਹਾਇਸ਼ ਦੀਆਂ ਇਹ ਤਸਵੀਰਾਂ ਨੇ। जब एग्जैक्ट पोल आया था उस टाइम भी आपको हमारे से ऊपर दिखलाया गया था। जैसे जैसे रुझान आए 12 बजे के बाद वो नीचे को जाने लगे, हम ऊपर को आने लगे। इस बार भी ऐसे ही होगा बिल्कुल भी। जैसे मेरा अपना हल्का है, पिछली बार मेरे को 30,000 से हरा रहे थे मेरी कंस्टिट्यूंसी में भी। एक लड़की थी अनुराधा दावा 30,000 तेरे से आगे है। रिजल्ट आने से पहले मैं 36,500 से जीता था। 44,000 वोट मेरे से पीछे थी। वो 44,000 उसको पड़ी थी 23,000, मेरे को पड़ी थी 66,500। 44,000 का फर्क था। मेरे को बोलते 30,000 से पीछे है, हमारी सरकार बनेगी। पटियाले में से कम 5 ਤਾਂ ਮਦਨ ਲਾਲ ਜਲਾਲਪੁਰ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਨੇ, ਕਾਂਗਰਸ ਪਾਰਟੀ ਦੀ ਜਿੱਤ ਦਾ ਦਾਅਵਾ ਕਰ ਰਹੇ ਨੇ ਔਰ ਪਿਛਲੀ ਵਾਰ ਦਾ ਹਵਾਲਾ ਉਹਨਾਂ ਨੇ ਦਿੱਤਾ ਹੈ ਕਿ ਪਿਛਲੀ ਵਾਰ ਵੀ ਜਿਹੜੇ ਐਗਜ਼ਿਟ ਪੋਲ ਸੀ ਉਹ ਆਮ ਆਦਮੀ ਪਾਰਟੀ ਨੂੰ ਜਿਤਾ ਰਹੇ ਸੀ ਪਰ ਸਰਕਾਰ ਕਾਂਗਰਸ ਪਾਰਟੀ ਦੀ ਬਣੀ। ਤਾਂ ਇਸ ਵਾਰ ਵੀ ਅਜਿਹਾ ਹੋਏਗਾ, ਇਹ ਦਾਅਵਾ ਮਦਨ ਲਾਲ ਜਲਾਲਪੁਰ ਵੱਲੋਂ ਕੀਤਾ ਗਿਆ। ਮਦਨ ਲਾਲ ਜਲਾਲਪੁਰ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਮਿਲਣ ਪਹੁੰਚੇ ਨੇ। हमारी सरकार बन रही है, टाल मटोल वाली बात ही नहीं है। हम तो पहले कहते हैं कम से कम 60 तो लेके 67 सीट तक कांग्रेस की पक्की है। 60 सीट लेके हम चले से 60 सीट से ऊपर ही आई, कम नहीं आएगी। हम तो कभी सोचते नहीं हमारी सरकार नहीं आएगी। राहुल जी आए, ठीक है, राहुल जी का बड़ा लोगों ने अच्छा माना, सुना उनको। राजपुर हमारे हल्के में रैली की है, पूरा कट था उसकी रैली में, लोगों को साथ जब आए थे पंजाब में और उससे हमारे को ताकत भी मिली है। राहुल जी आने से पूरी ताकत मिली है। इस करके मैं कहता हूँ पंजाब में 100% सरकार पिछली बार भी कांग्रेस की इस बार फिर बनोगी। जो चन्नी चेहरा इन्होंने मुख्यमंत्री लिया गरीब वोट। ਤਾਂ ਵਿਧਾਇਕ ਮਦਨ ਲਾਲ ਜਲਾਲਪੁਰ ਦਾਅਵਾ ਕਰ ਰਹੇ ਨੇ ਕਿ 60 ਤੋਂ 67 ਸੀਟਾਂ ਕਾਂਗਰਸ ਪਾਰਟੀ ਨੂੰ ਆਉਣਗੀਆਂ ਔਰ ਚਰਨਜੀਤ ਚੰਨੀ ਦੇ ਚਿਹਰੇ ਨੂੰ ਵੋਟ ਪਏਗੀ। ਇਹ ਦਾਅਵਾ ਕੀਤਾ ਗਿਆ ਹੈ ਮਦਨ ਲਾਲ ਜਲਾਲਪੁਰ ਵੱਲੋਂ। ਕਾਂਗਰਸ ਪਾਰਟੀ ਦੇ ਵਿਧਾਇਕ ਨੇ ਔਰ ਸੀਐਮ ਚੰਨੀ ਨੂੰ ਮਿਲਣ ਪਹੁੰਚੇ ਨੇ ਸਰਕਾਰੀ ਰਿਹਾਇਸ਼ ਤੇ। ਉਸ ਮੌਕੇ ਤੇ ਉਹਨਾਂ ਵੱਲੋਂ ਇਹ ਦਾਅਵਾ ਕੀਤਾ ਗਿਆ। जब एग्जैक्ट पोल आया था उस टाइम भी आपको हमारे से ऊपर दिखलाया गया था। जैसे जैसे रुझान आए 12 बजे के बाद वो नीचे को जाने लगे, हम ऊपर को आने लगे। इस बार भी ऐसे ही होगा बिल्कुल भी। जैसे मेरा अपना हल्का है, पिछली बार मेरे को 30,000 से हरा रहे थे मेरी कंस्टिट्यूंसी में भी। एक लड़की थी अनुराधा दावा 30,000 तेरे से आगे है। रिजल्ट आने से पहले मैं 36,500 से जीता था। 44,000 वोट मेरे से पीछे थी। वो 44,000 उसको पड़ी थी 23,000, मेरे को पड़ी थी 66,500। 44,000 का फर्क था। मेरे को बोलते 30,000 से पीछे है, हमारी सरकार बनेगी। पटियाले में से कम 5 MLA यहाँ जीत के आएंगे। पहले भी तो साडे सहयोगी अमन भारद्वाज जुड़े ने होर जानकारी दे लई। अमन, किस तरीके दी हलचल है रिजल्टां तो ठीक पहला, नतीजा तो ठीक पहला सीएम चन्नी दी सरकारी रिहाइश ते?
ਵਿਜੇ तमाम ਵਿਧਾਇਕ ਜਿਹੜੇ ਨੇ ਉਹ ਪਹੁੰਚ ਰਹੇ। ਹਰੀਸ਼ ਚੌਧਰੀ ਇੱਥੇ ਮੌਜੂਦ ਨੇ ਔਰ 2 ਤੋਂ 3 ਅਫਸਰ ਜਿਹੜੇ ਨੇ ਆਈਜੀ ਰੈਂਕ ਦੇ ਉਹ ਅੰਦਰ ਮੌਜੂਦ ਨੇ ਔਰ ਸਮੀਖਿਆ ਕੀਤੀ ਜਾ ਰਹੀ ਹੈ ਕਿ ਰਿਜ਼ਲਟ ਤੋਂ ਇੱਕ ਦਿਨ ਪਹਿਲਾਂ ਕਿਵੇਂ ਦਾ ਮਾਹੌਲ ਹੈ ਔਰ ਜੋ ਐਗਜ਼ਿਟ ਪੋਲ ਆਏ ਨੇ ਉਸ ਨੂੰ ਲੈ ਕੇ ਵੀ ਜਿਹੜੀ ਚਰਚਾ ਕੀਤੀ ਜਾ ਰਹੀ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਸਮੀਖਿਆ ਬੈਠਕ ਕੀਤੀ ਗਈ ਸੀ ਜਿੱਥੇ ਫੀਡਬੈਕ ਲਿੱਤੀ ਗਈ ਸੀ ਕਿ तमाम ਹਲਕਿਆਂ ਦੀ 117 ਹਲਕੇ 'ਚ ਕਿਹੜਾ ਉਮੀਦਵਾਰ ਅੱਗੇ ਹੈ, ਕਿਸ ਦੀ ਜਿੱਤ ਪੱਕੀ ਹੈ। ਤਾਂ ਉਹੀ ਚੀਜ਼ ਨੂੰ ਜਿਹੜਾ ਹੈ ਉਹ ਦੁਬਾਰਾ ਐਨਾਲਿਸਿਸ ਜਿਹੜਾ ਕੀਤਾ ਜਾ ਰਿਹਾ। ਮਦਨ ਲਾਲ ਜਲਾਲਪੁਰ ਕੁਝ ਹੀ ਦੇਰ ਪਹਿਲਾਂ ਇੱਥੋਂ ਨਿਕਲ ਕੇ ਗਏ ਨੇ ਔਰ ਭਾਰਤ ਭੂਸ਼ਣ ਆਸ਼ੂ ਦੱਸਿਆ ਜਾ ਰਿਹਾ ਕਿ ਉਹ ਅੰਦਰ ਮੌਜੂਦ ਨੇ। 2 ਤੋਂ 3 ਵਿਧਾਇਕ ਜਿਹੜੇ ਨੇ ਉਹ ਅੰਦਰ ਮੌਜੂਦ ਨੇ ਔਰ ਹਰੀਸ਼ ਚੌਧਰੀ ਮੌਜੂਦ ਨੇ, ਮੁੱਖ ਮੰਤਰੀ ਚਰਨਜੀਤ ਚੰਨੀ ਅਤੇ 2 ਤੋਂ 3 ਆਈਜੀ ਰੈਂਕ ਦੇ ਅਫਸਰ ਜਿਹੜੇ ਨੇ ਉਹ ਅੰਦਰ ਮੌਜੂਦ ਨੇ। ਚਰਚਾ ਕੀਤੀ ਜਾ ਰਹੀ ਹੈ ਔਰ ਸਰਕਾਰ ਦੇ ਨਜ਼ਰੀਏ ਤੇ ਵੀ ਜਿਹੜਾ ਹੈ ਉਹ ਪਿਛਲੇ 111 ਦਿਨ ਨੂੰ ਲੈ ਕੇ ਵੀ ਜਿਹੜੀ ਹੈ ਚਰਚਾ 2 ਤੋਂ 3 ਟੌਪਿਕਸ ਤੇ ਹੋਈ ਹੈ। ਵਿਜੇ ਸੋ ਅਮਨ, ਇਸ ਵੇਲੇ ਦਾਅਵੇ ਸਾਰੇ ਪਾਰਟੀਆਂ ਵੱਲੋਂ ਬੜੇ ਵੱਡੇ ਕੀਤੇ ਜਾ ਰਹੇ ਨੇ। ਐਗਜ਼ਿਟ ਪੋਲਸ ਨੂੰ ਖਾਸ ਕਰਕੇ ਜਿਨ੍ਹਾਂ ਦੇ ਪੱਖ 'ਚ ਨਹੀਂ ਆਏ ਉਹਨੂੰ ਪਾਰਟੀਆਂ ਨੇ ਨਕਾਰਿਆ ਹੈ। ਸੋ ਇਸੇ ਚੀਜ਼ ਤੇ ਮੰਥਨ ਚੱਲ ਰਿਹਾ ਹੈ ਕਿ ਕੀ ਨਤੀਜੇ ਜਿਹੜੇ ਨੇ ਉਹ ਪਿਛਲੀ ਵਾਰ ਦੀ ਤਰ੍ਹਾਂ ਹੈਰਾਨੀਜਨਕ ਹੋ ਸਕਦੇ ਨੇ। ਲਾਜ਼ਮੀ ਤੌਰ ਤੇ ਔਰ ਇਹੀ ਨਹੀਂ, ਕੱਲ ਜਿੱਥੇ ਇੱਕ ਕੈਪਟਨ ਅਮਰਿੰਦਰ ਦਾ ਜਿਹੜਾ ਸਿਸਮਾ ਫਾਰਮ ਹਾਊਸ ਤੇ ਪ੍ਰੋਗਰਾਮ ਹੋਇਆ ਉੱਥੇ ਵੀ ਇਹ ਵੀ ਜਾਣਕਾਰੀ ਮਿਲੀ ਕਿ 10 ਮੌਜੂਦਾ ਕਾਂਗਰਸ ਦੇ ਵਿਧਾਇਕ ਪਹੁੰਚੇ ਹੋਏ ਸੀਗੇ। 2 ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਹੁਣ ਦੇ ਉਮੀਦਵਾਰ ਹੈ ਉਹ ਵੀ ਉੱਥੇ ਸ਼ਿਰਕਤ ਕਰਨ ਗਏ ਹੋਏ ਸੀਗੇ। ਤਾਂ ਵੱਡੀ ਕਿਤੇ ਨਾ ਕਿਤੇ ਇੱਕ ਸਟ੍ਰੈਸ ਕਾਂਗਰਸ ਪਰ ਇਹ ਹੈ ਕਿ ਜੋੜ ਤੋੜ ਬੀਜੇਪੀ ਕਰੇਗੀ ਤਾਂ ਉਸ ਨੂੰ ਕਿਵੇਂ ਰੋਕਿਆ ਜਾਵੇ। ਜਿਹੜੇ ਕੈਪਟਨ ਦੇ ਇਨ ਟੱਚ ਕਾਂਗਰਸ ਦੇ ਵਿਧਾਇਕ ਨੇ ਜਾਂ ਹੁਣ ਦੇ ਕੈਂਡੀਡੇਟ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਲਾਮਬੰਦ ਕੀਤਾ ਜਾਵੇ ਤਾਂ ਕਿ ਉਹ ਜਿਹੜਾ ਉਹਨਾਂ ਦਾ ਸ਼ਫਲ ਹੈ ਉਹ ਦੇਖਣ ਨੂੰ ਨਾ ਮਿਲੇ, ਕਿਉਂਕਿ ਕਾਂਗਰਸ ਪਾਰਟੀ ਨੂੰ ਜਿਹੜੀ ਹੈ ਉਹ ਢਾਹ ਲੱਗੇਗੀ ਇਸ ਤੇ। ਠੀਕ ਹੈ, ਧੰਨਵਾਦ ਅਮਨ ਇਸ ਜਾਣਕਾਰੀ ਦੇ ਲਈ। ਤਾਂ ਨਤੀਜਿਆਂ ਤੋਂ ਪਹਿਲਾਂ ਹਲਚਲ ਹੈ ਪੰਜਾਬ ਕਾਂਗਰਸ ਦੇ ਵਿੱਚ। ਸੀਐਮ ਚੰਨੀ ਮੀਟਿੰਗਾਂ ਕਰ ਰਹੇ ਨੇ ਔਰ ਵੱਡੇ ਆਗੂ ਕਾਂਗਰਸ ਦੇ ਔਰ ਕਈ ਸਾਰੇ ਵਿਧਾਇਕ ਉਹਨਾਂ ਦੀ ਸਰਕਾਰੀ ਰਿਹਾਇਸ਼ ਤੇ ਪਹੁੰਚੇ ਨੇ। ਤੇ ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਵੀ ਇੱਕ ਵੱਡਾ ਦਾਅਵਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ 100 ਸੀਟਾਂ ਵੀ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਵ ਦੇ ਲਈ ਵੋਟ ਕੀਤੀ ਹੈ ਔਰ ਅਸੀਂ ਸੱਤਾ ਚਾਉਣ ਤੋਂ ਬਾਅਦ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਾਂਗੇ, ਲੋਕ ਭਲਾਈ ਦੇ ਕੰਮ ਕਰਾਂਗੇ ਔਰ 100 ਸੀਟਾਂ ਦਾ ਦਾਅਵਾ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਨੇ 100 ਸੀਟਾਂ ਦਾ ਦਾਅਵਾ ਕੀਤਾ ਸੀ ਪਰ ਪਿਛਲੀ ਵਾਰ ਉਹਨਾਂ ਦੀ ਉਮੀਦ ਦੇ ਮੁਤਾਬਕ ਸੀਟਾਂ ਨਹੀਂ ਆਈਆਂ। ਇਸ ਵਾਰ ਐਗਜ਼ਿਟ ਪੋਲਸ ਆਮ ਆਦਮੀ ਪਾਰਟੀ ਨੂੰ ਅੱਗੇ ਦਿਖਾ ਰਹੇ ਨੇ ਔਰ ਦੂਸਰੀਆਂ ਪਾਰਟੀਆਂ ਆਪਣੇ ਤੌਰ ਤੇ ਦਾਅਵੇ ਕਰ ਰਹੀਆਂ ਨੇ ਔਰ ਐਗਜ਼ਿਟ ਪੋਲਸ ਨੂੰ ਨਕਾਰ ਰਹੀਆਂ ਨੇ। ਔਰ ਇਸ ਸਭ ਦੇ ਵਿੱਚ ਜਦੋਂ ਭਗਵੰਤ ਮਾਨ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੀਆਂ ਸੀਟਾਂ 100 ਆ ਸਕਦੀਆਂ। देखिए, मैं कोई जोशी तो नहीं हूँ, लेकिन इतना मुझे पता है कि पंजाब के लोग जो हैं बदलाव चाहते थे और वो बदलाव उन्होंने अपनी मशीनों में कैद कर दिया। तो कल 12 बजे के बाद शायद आपको ये सवाल पूछने की ज़रूरत नहीं पड़ेगी। फिर भी कोई संख्या जो मन में आपके हो कि संख्या 80 से पार भी हो सकती है, 90 के पार भी हो सकती है, 100 के पार भी हो सकते हैं। पब्लिक है, कितना गुस्सा 70 साल की इस्टेब्लिशमेंट के विरुद्ध है ये गुस्सा ही बताएगा। बस ये जो नतीजे एग्जिट पोल में जो दिख रहा है, विपक्षी पार्टियां सवाल उठा रही हैं कि आम आदमी पार्टी ने मैनिपुलेट किया, या जो अकाली दल की तरफ से कहा जा रहा है कि अब जो तरह से मतलब जो पंजाबी जो मान्यताएं रही हैं उनकी जगह अब झाड़ू आ जाएगा, जो सर पे पगड़ी थी टोपी आ जाएगी। ऐसा उन सबको मैं कहना चाहता हूँ, दिल बहलाने के लिए गालिब ख्याल अच्छा है। एक दिन रह गया, खुश हो जाओ, उसके बाद आपका सूपड़ा साफ। कुछ आपने मन में सोचा है कि कल जब नतीजे आएंगे उसके बाद भगवंत मान सबसे पहले क्या करेंगे? भगवंत मान को तो 17.5 साल की उम्र में भगवंत मान बना दिया गया था। मुझे कोई शोहरत की, मुझे कोई अखबार में या टीवी में आने की इच्छा नहीं। मैं चाहता हूँ मेरा पंजाब ठीक हो जाए। मैं चाहता हूँ मेरा युवा जो भाग रहा है कनाडा, अमेरिका, ऑस्ट्रेलिया, न्यूजीलैंड, मैं उनको रोक पाऊँ कि किसी न किसी तरीके से उनको यहीं पे जॉब दे दूँ। मैं चाहता हूँ इंडस्ट्री जो भाग गई मध्य प्रदेश, राजस्थान, उनको यहीं पे बुलाएं, काम हो अच्छे से, इंडस्ट्रियल जो पॉलिसी है वो अच्छे से काम करे। मेरा तो यही इच्छा है। कल भी मैं तो आज भी ऐसा हूँ, कल भी ऐसा रहूँगा।